ਵੈਲਕਮ ਦੋਸਤੋ, ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਪਸੰਦੀਦਾ ਚੈਨਲ ਪੋਜ਼ਿਟਿਵ ਵਾਈਬਸ ਪੰਜਾਬ ਦੇ ਉੱਪਰ। ਸੋ ਅੱਜ ਵਾਲੀ ਜੋ ਆਪਾਂ ਵੀਡੀਓ ਲੈ ਕੇ ਆ ਰਹੇ ਹਾਂ, ਸਿਰਫ ਆਪਾਂ ਮੇਨ ਟਾਰਗੇਟ ਕਰ ਰਹੇ ਹਾਂ ਜੋ ਤੁਹਾਡਾ PSSSB ਕਲਰਕ ਦਾ ਐਗਜ਼ਾਮ ਆ ਰਿਹਾ ਹੈਗਾ, ਉਸ ਨੂੰ ਫੋਕਸ ਕਰਕੇ ਬਣਾਈ ਗਈ ਹੈ। ਮੀਨਸ ਇਹਦੇ ਵਿੱਚ ਆਪਾਂ ਸਿਰਫ ਡਿਸਕਸ ਕਰਾਂਗੇ MCQ ਬੇਸਡ ਔਨ ਜਨਰਲ ਸਟੱਡੀ। ਮੀਨਸ ਸਾਰੇ ਸਬਜੈਕਟਸ ਨੂੰ ਆਪਾਂ ਦੇ ਕੁਛ ਨਾ ਕੁਛ ਕੁਐਸਚਨ ਆਪਾਂ ਡਿਸਕਸ ਕਰਾਂਗੇ। ਔਰ ਕੰਪੈਰੇਟਿਵਲੀ ਦੋਸਤੋ ਇਹ ਵਾਲੀ ਜਿਹੜੀ ਵੀਡੀਓ ਹੋਏਗੀ ਫਾਸਟ ਹੋਏਗੀ, ਬਿਕੋਜ਼ ਇਹਦੇ 'ਚ ਆਪਾਂ ਇਹਨੂੰ ਵੀਡੀਓ ਨੂੰ ਆਪਾਂ ਐਜ਼ ਅ ਰਿਵੀਜ਼ਨ ਵੀਡੀਓ ਲੈਣਾ ਹੈ, ਤਾਂ ਜੋ ਤੁਹਾਡੇ ਮੈਕਸਿਮਮ ਟੂ ਮੈਕਸਿਮਮ ਰਿਵੀਜ਼ਨ ਹੋ ਸਕੇ। ਜੋ ਪੋਸੀਬਲ ਕੁਐਸਚਨਸ ਹੈ ਤੁਹਾਡੇ ਆ ਸਕਦੇ ਆ ਫਾਈਨਲ ਐਗਜ਼ਾਮ ਦੇ ਵਿੱਚ। ਕਲੀਅਰ। ਔਰ ਦੂਸਰਾ ਇਹਦੇ 'ਚ ਜਿਹੜਾ ਤੁਹਾਡਾ ਐਗਜ਼ਾਮ ਦੇ ਵਿੱਚ ਕੁਐਸਚਨਸ ਆਉਂਦੇ ਆ ਉਹ ਫੈਕਚੁਅਲ ਕੁਐਸਚਨਸ ਆਉਂਦੇ ਆ, ਕਨਸੈਪਚੁਅਲ ਨਹੀਂ ਆਉਂਦੇ। ਸੋ ਇਹਦੇ ਵਿੱਚ ਆਪਾਂ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾਵਾਂਗੇ, ਸਿਰਫ ਫੈਕਟਸ ਦੀ ਗੱਲ ਕਰਾਂਗੇ। ਸੋ ਲੈਟਸ ਸਟਾਰਟ ਦਾ ਵੀਡੀਓ। ਫਸਟ ਆਪਾਂ ਦੇਖਦੇ ਹਾਂ ਕਿ ਜੋਗਰਾਫੀ ਦੇ ਵਿੱਚ ਜੋ ਆਪਾਂ ਟਰਮਸ ਡਿਸਕਸ ਕਰਨੀਆਂ ਨੇ, ਆਪਾਂ ਡਿਸਕਸ ਕੀ ਕਰਾਂਗੇ। ਲੂਨਰ ਇਕਲਿਪਸ ਕੀ ਹੋਏਗਾ, ਸੋਲਰ ਇਕਲਿਪਸ ਕੀ ਹੋਏਗਾ, ਪੈਰੀਹੀਲੀਅਨ ਐਪੀਹੀਲੀਅਨ ਕੀ ਹੈ, ਐਪੋਗੀ ਐਂਡ ਪੈਰੀਗੀ ਕੀ ਹੈ, ਟਾਈਡਸ ਦੇ ਵਿੱਚ ਆਪਣੇ ਕੋਲ ਸਪਰਿੰਗ ਟਾਈਡ ਐਂਡ ਨੀਪ ਟਾਈਡ ਦਾ ਮੀਨਿੰਗ ਕੀ ਹੋਏਗਾ। ਸੋ ਲੈਟਸ ਸਟਾਰਟ ਵਨ ਬਾਏ ਵਨ। ਪਹਿਲੇ ਕੀ ਹੈ ਸੋਲਰ ਇਕਲਿਪਸ ਕੀ ਹੈ ਤੁਹਾਡੇ ਕੋਲੇ ਦੋਸਤੋ। ਇਹ ਕੀ ਕੰਡੀਸ਼ਨ ਹੈ ਤੁਹਾਡੇ ਕੋਲੇ, ਦੇਖੋ ਜੋ ਸਨ ਦੀ ਪੋਜੀਸ਼ਨ ਹੈ ਉਹ ਫਿਕਸ ਹੈ, ਲੇਕਿਨ ਜਿਹੜੀ ਹੈਗੀ ਮੂਨ ਔਰ ਅਰਥ ਦੀ ਜਿਹੜੀ ਕੀ ਹੈ ਉਹ ਇੰਟਰਚੇਂਜ ਹੁੰਦੀ ਰਹੇਗੀ। ਸਿਰਫ ਇਸੇ ਨੂੰ ਪੋਜੀਸ਼ਨ ਨੂੰ ਆਪਾਂ ਡਿਸਕ੍ਰਾਈਬ ਕੀ ਕਰ ਰਹੇ ਹਾਂ। ਸੋਲਰ ਇਕਲਿਪਸ ਕੀ ਹੋਏਗਾ ਕਿ ਜਦੋਂ ਜਿਹੜਾ ਮੂਨ ਹੈ ਉਹ ਆ ਜਾਏਗਾ ਸਨ ਔਰ ਅਰਥ ਦੇ ਵਿਚਕਾਰ ਆ ਜਾਏਗਾ, ਉਹਨੂੰ ਆਪਾਂ ਕੀ ਬੋਲਦੇ ਹਾਂ ਸੋਲਰ ਇਕਲਿਪਸ। ਠੀਕ ਹੈ, ਇਹ ਕਲੀਅਰ ਹੈ। ਸਨ ਦੀ ਪੋਜੀਸ਼ਨ ਫਿਕਸ ਹੈ ਔਰ ਮੂਨ ਜਿਹੜਾ ਹੈਗਾ ਕਿ ਅਰਥ ਔਰ ਸਨ ਦੇ ਵਿਚਕਾਰ ਆ ਰਿਹਾ ਹੈਗਾ, ਤੇ ਇਹਨੂੰ ਆਪਾਂ ਕੀ ਬੋਲਾਂਗੇ ਸੋਲਰ ਇਕਲਿਪਸ। ਕੁਐਸਚਨ ਕੀ ਆਏਗਾ ਕਿ what do you mean by solar eclipse? तो ਕੀ ਹੋਏਗਾ ਇਟ ਇਜ਼ ਦ ਕੰਡੀਸ਼ਨ ਵੈਨ ਮੂਨ ਕਮਸ ਬਿਟਵੀਨ ਦ ਸਨ ਐਂਡ ਦ ਅਰਥ। ਔਰ ਦੂਸਰੀ ਕੰਡੀਸ਼ਨ ਕੀ ਹੈ ਕਿ ਜਦੋਂ ਮੂਨ ਐਂਡ ਅਰਥ ਦੀ ਜਿਹੜੀ ਹੈਗੀ ਪੋਜੀਸ਼ਨ ਉਹ ਚੇਂਜ ਹੋ ਗਈ ਹੈ। ਸਨ ਦੀ ਫਿਕਸ ਹੈ, ਹੁਣ ਕੀ ਆ ਗਿਆ ਅਰਥ ਵਿਚਕਾਰ ਆ ਗਈ ਹੈ ਔਰ ਬਾਹਰ ਕੀ ਹੋ ਗਿਆ ਤੁਹਾਡੇ ਕੋਲੇ ਮੂਨ ਆ ਗਿਆ। ਜਦੋਂ ਅਰਥ ਆ ਜਾਂਦੀ ਹੈ ਬਿਟਵੀਨ ਦਾ ਸਨ ਐਂਡ ਦਾ ਮੂਨ, ਉਹਨੂੰ ਆਪਾਂ ਕੀ ਬੋਲਦੇ ਹਾਂ ਲੂਨਰ ਇਕਲਿਪਸ ਬੋਲਦੇ ਹਾਂ। ਔਰ ਇਹ ਤੁਹਾਡੇ ਕੋਲੇ ਕੀ ਹੈ ਸੈਕਿੰਡ ਕੁਐਸਚਨ ਕੀ ਹੋ ਗਿਆ ਕਿ ਲੂਨਰ ਇਕਲਿਪਸ ਕੀ ਹੋਏਗਾ, ਇਟ ਇਜ਼ ਦ ਕੰਡੀਸ਼ਨ ਵੈਨ ਅਰਥ ਕਮਸ ਬਿਟਵੀਨ ਦਾ ਸਨ ਐਂਡ ਦਾ ਮੂਨ। ਸੋ ਇਹ ਦੋਨੋਂ ਤੁਹਾਡੇ ਕੰਸੈਪਟ ਹੈਗੇ ਸੋਲਰ ਇਕਲਿਪਸ ਐਂਡ ਲੂਨਰ ਇਕਲਿਪਸ। ਵੈਰੀ ਕਾਮਨ ਕੁਐਸਚਨ ਜਿਹੜੇ ਪੁੱਛੇ ਜਾਂਦੇ ਐਗਜ਼ਾਮ ਦੇ ਵਿੱਚ। ਉਸ ਤੋਂ ਬਾਅਦ ਇਸੇ ਬੇਸਿਸ ਦੇ ਉੱਪਰ ਸਨ ਔਰ ਮੂਨ ਦੇ ਬੇਸਿਸ ਦੇ ਉੱਪਰ ਆਪਣੇ ਕੋਲ ਕੁਝ ਟਰਮਸ ਨੇ। ਪੈਰੀਹੀਲੀਅਨ ਕੀ ਹੈ ਔਰ ਐਪੀਹੀਲੀਅਨ ਕੀ ਹੈ ਤੁਹਾਡੇ ਕੋਲ। ਪੈਰੀਹੀਲੀਅਨ ਦੋਸਤੋ ਕੀ ਹੈ, ਇਟ ਇਜ਼ ਦ ਨੀਅਰੈਸਟ ਪੋਜੀਸ਼ਨ ਆਫ ਦਾ ਅਰਥ ਟੂ ਦਾ ਸਨ, ਇਹਨੂੰ ਆਪਾਂ ਕੀ ਬੋਲਦੇ ਹਾਂ ਪੈਰੀਹੀਲੀਅਨ। ਠੀਕ ਹੈ, ਜਿਹੜੀ ਇਹ ਵਾਲੀ ਪੋਜੀਸ਼ਨ ਹੈ ਉਹ ਸਨ ਦੇ ਨੇੜੇ ਹੈ, ਇਹਨੂੰ ਆਪਾਂ ਕੀ ਬੋਲਦੇ ਹਾਂ ਪੈਰੀਹੀਲੀਅਨ, ਨੀਅਰੈਸਟ ਪੋਜੀਸ਼ਨ ਆਫ ਦਾ ਅਰਥ ਟੂ ਦਾ ਸਨ। ਔਰ ਐਪੀਹੀਲੀਅਨ ਕੀ ਹੋਏਗੀ ਦਾ ਫਾਰਥੈਸਟ ਪੋਜੀਸ਼ਨ ਆਫ ਦਾ ਅਰਥ ਟੂ ਦਾ ਸਨ। ਜਿਹੜਾ ਇਹ ਵਾਲਾ ਇਹਨੂੰ ਕੀ ਬੋਲਾਂਗੇ, ਅਗਰ ਦੂਰ ਵਾਲੀ ਪੋਜੀਸ਼ਨ ਦੀ ਗੱਲ ਕਰ ਰਹੇ ਆ ਐਪੀਹੀਲੀਅਨ ਹੋ ਗਈ ਹੈ, ਔਰ ਨੇੜੇ ਦੀ ਪੋਜੀਸ਼ਨ ਦੀ ਗੱਲ ਕਰ ਰਹੇ ਆ ਤਾਂ ਪੈਰੀਹੀਲੀਅਨ ਹੋ ਗਈ ਹੈ। ਲੇਕਿਨ ਗੱਲ ਕਿਸ ਦੀ ਹੋ ਰਹੀ ਹੈ ਆਪਣੇ ਕੋਲੇ ਸਨ ਔਰ ਅਰਥ ਦੀ ਗੱਲ ਹੋ ਰਹੀ ਹੈ। ਔਰ ਦੂਸਰੀ ਆਪਣੇ ਕੋਲ ਕੀ ਹੈ, ਅਗਰ ਅਰਥ ਐਂਡ ਮੂਨ ਦੀ ਗੱਲ ਹੋਏਗੀ ਤਾਂ ਫਿਰ ਆਪਣੇ ਕੋਲ ਕੀ ਟਰਮ ਹੋਏਗੀ ਪੈਰੀਗੀ ਐਂਡ ਐਪੋਗੀ। ਪੈਰੀਗੀ ਦਾ ਮਤਲਬ ਕੀ ਹੈ ਨੀਅਰੈਸਟ ਪੋਜੀਸ਼ਨ ਆਫ ਦਾ ਮੂਨ ਟੂ ਦਾ ਅਰਥ। ਠੀਕ ਹੈ, ਇਹਨੂੰ ਆਪਾਂ ਕੀ ਬੋਲਦੇ ਹਾਂ ਨੀਅਰੈਸਟ ਪੋਜੀਸ਼ਨ। ਇੱਧਰ ਵੀ ਪੈਰੀਗੀ ਤੁਹਾਡੇ ਕੋਲ ਪੈਰੀਹੀਲੀਅਨ ਕੀ ਸੀਗਾ ਨੀਅਰੈਸਟ, ਇਹਦੇ 'ਚ ਵੀ ਪੈਰੀਗੀ ਕੀ ਹੈ ਨੀਅਰੈਸਟ ਪੋਜੀਸ਼ਨ, ਲੇਕਿਨ ਕਿਸ ਦੀ ਗੱਲ ਹੋ ਰਹੀ ਹੈ ਮੂਨ ਦੀ ਐਂਡ ਅਰਥ ਦੀ। ਸੋ ਜਿਹੜੀ ਹੈਗੀ ਨੀਅਰੈਸਟ ਪੋਜੀਸ਼ਨ ਆਫ ਦਾ ਅਰਥ ਟੂ ਦਾ ਮੂਨ ਉਹਨੂੰ ਕੀ ਬੋਲਾਂਗੇ ਆਪਾਂ ਪੈਰੀਗੀ, ਔਰ ਫਾਰਥੈਸਟ ਪੋਜੀਸ਼ਨ ਆਫ ਦਾ ਮੂਨ ਫਰੋਮ ਦਾ ਅਰਥ ਉਹਨੂੰ ਵੀ ਬੋਲਾਂਗੇ ਆਪਾਂ ਐਪੋਗੀ। ਸੋ ਇਹ ਵੀ ਡਿਫਰੈਂਟ ਤੁਹਾਨੂੰ 4 ਕੁਐਸਚਨ ਪੁੱਛ ਸਕਦੇ ਆ। ਪੈਰੀਹੀਲੀਅਨ ਕੀ ਹੈ, ਐਪੀਹੀਲੀਅਨ ਕੀ ਹੈ, ਪੈਰੀਗੀ ਕੀ ਹੈ ਔਰ ਐਪੋਗੀ ਕੀ ਹੈ। ਠੀਕ ਹੈ, ਐਪੋਗੀ ਜਾਂ ਪੈਰੀਗੀ ਤੁਹਾਡੀ ਹੈਗੀ ਹੈ ਮੂਨ ਔਰ ਅਰਥ ਦਾ ਰਿਲੇਸ਼ਨ ਦੱਸ ਰਿਹਾ ਹੈਗਾ, ਔਰ ਪੈਰੀਹੀਲੀਅਨ ਜੋ ਐਪੋਹੀਲੀਅਨ ਹੈ ਇਹ ਕਿਹਦੀ ਗੱਲ ਕਰ ਰਿਹਾ ਹੈਗਾ ਅਰਥ ਐਂਡ ਸਨ ਦਾ ਰਿਲੇਸ਼ਨ ਦੱਸ ਰਿਹਾ ਹੈਗਾ। ਕਲੀਅਰ। ਸੋ ਕੁਐਸਚਨ ਅੱਗੇ ਨੈਕਸਟ ਆਪਾਂ ਹੈਗੇ ਟਾਈਡਸ। ਟਾਈਡਸ ਬੇਸਿਕਲੀ ਕੀ ਹੈ ਕਿ ਜਿਹੜਾ ਸੀ ਵਾਟਰ ਹੈ ਉਹ ਆਪਾਂ ਦੇਖਦੇ ਹਾਂ ਕਿ ਉੱਪਰ ਨੀਚੇ ਹੁੰਦਾ ਰਹਿੰਦਾ ਹੈਗਾ। ਉਹ ਕਿਉਂ ਹੁੰਦਾ ਹੈਗਾ ਡਿਊ ਟੂ ਦਾ ਗ੍ਰੈਵੀਟੇਸ਼ਨਲ ਫੋਰਸ ਔਨ ਦਾ ਅਰਥ। ਇਹਦਾ ਰੀਜ਼ਨ ਇਹ ਹੋਏਗਾ, ਹੁਣ ਇਹ 'ਚ ਕੀ ਹੈ ਪੁੱਛੇਗਾ ਕਿ ਸਪਰਿੰਗ ਟਾਈਡ ਕੀ ਹੈ ਔਰ ਨੀਪ ਟਾਈਡ ਕੀ ਹੈ। ਸਪਰਿੰਗ ਟਾਈਡ ਦਾ ਮਤਲਬ ਕੀ ਹੈ ਕਿ ਜਦੋਂ ਤੁਹਾਡੇ ਕੋਲ ਜਿਹੜੀ ਪੋਜੀਸ਼ਨ ਕੀ ਬਣਦੀ ਹੈ ਅਰਥ ਮੂਨ ਸਨ ਇੱਕੋ ਲਾਈਨ ਦੇ ਵਿੱਚ ਆ ਜਾਂਦੇ ਆ, ਇਹ ਵੀ ਪੋਜੀਸ਼ਨ ਹੋ ਸਕਦੀ ਹੈ। ਦੂਸਰੀ ਕੀ ਹੋ ਸਕਦੀ ਹੈ ਕਿ ਮੂਨ ਇੱਧਰ ਹੈ ਅਰਥ ਸੈਂਟਰ 'ਚ ਹੈ ਔਰ ਸਨ ਤੁਹਾਡਾ ਕੀ ਹੈ, ਇਹ ਦੋਨੋਂ ਪੋਜੀਸ਼ਨ ਨੂੰ ਆਪਾਂ ਕੀ ਬੋਲਾਂਗੇ ਸਪਰਿੰਗ ਟਾਈਡਸ ਬੋਲਾਂਗੇ। ਸਪਰਿੰਗ ਟਾਈਡਸ ਦੇ ਵਿੱਚ ਕੀ ਹੋਏਗੀ ਜਿਹੜੀ ਇਹਨਾਂ ਦੀ ਜਿਹੜੀ ਰੇਂਜ ਹੋਏਗੀ ਉਹ ਕੀ ਹੋਏਗੀ ਹਾਈ ਹੋਏਗੀ। ਹਾਈ ਟਾਈਡਸ ਆਉਣਗੀਆਂ। ਹਾਈ ਟਾਈਡਸ ਕਿਉਂ ਆਉਣਗੀਆਂ, ਅਗਰ ਆਪਾਂ ਇਹ ਵਾਲੀ ਕੰਡੀਸ਼ਨ ਦੇਖੀਏ ਕਿ ਜਿਹੜਾ ਅਰਥ ਦਾ ਵਾਟਰ ਨੂੰ ਕੀ ਹੈ ਗ੍ਰੈਵੀਟੇਸ਼ਨਲ ਫੋਰਸ ਦੇ ਨਾਲ ਮੂਨ ਵੀ ਆਪਣੀ ਤਰਫ ਖਿੱਚ ਰਿਹਾ ਹੈਗਾ ਔਰ ਸਨ ਵੀ ਕੀ ਹੈ ਆਪਣੀ ਤਰਫ ਖਿੱਚ ਰਿਹਾ ਹੈਗਾ ਹੈ ਨਾ, ਤਾਂ ਇਹਦੇ 'ਚ ਕੀ ਹੈ ਡਬਲ ਫੋਰਸ ਹੋ ਗਈ ਹੈ। ਡਬਲ ਫੋਰਸ ਹੋ ਗਈ ਹੈ ਤਾਂ ਪਾਣੀ ਜਿਹੜਾ ਹੈਗਾ ਉਹ ਜ਼ਿਆਦਾ ਉੱਚਾ ਜਾਏਗਾ, ਉਹਨੂੰ ਆਪਾਂ ਕੀ ਬੋਲਾਂਗੇ ਹਾਈ ਟਾਈਡਸ ਬੋਲਾਂਗੇ ਹੈ ਨਾ।
ਇਹਦੇ 'ਚ ਕੀ ਹੈ, ਅਰਥ ਤੋਂ ਮੂਨ ਆਪਣੀ ਤਰਫ ਖਿੱਚ ਰਿਹਾ ਹੈਗਾ, ਸਨ ਆਪਣੀ ਤਰਫ ਖਿੱਚ ਰਿਹਾ ਹੈਗਾ, ਹੈ ਨਾ। ਤਾਂ ਇਹ ਜਿਹੜੀ ਹੈਗੀ ਆ ਸਪਰਿੰਗ ਟਾਈਡਸ ਦੇ ਵਿੱਚ ਦੋ ਕੰਡੀਸ਼ਨਸ ਬਣਦੀਆਂ ਨੇ। ਇੱਕ ਤਾਂ ਕੀ ਹੈ, ਤੁਹਾਡੇ ਕੋਲ ਆਨਸਰ ਕੀ ਹੋ ਸਕਦਾ ਹੈਗਾ ਕਿ ਸਨ, ਮੂਨ ਐਂਡ ਅਰਥ ਜਿਹੜੇ ਹੈਗੇ ਆ ਸਟ੍ਰੇਟ ਲਾਈਨ ਦੇ ਵਿੱਚ ਹੋਣਗੇ, ਔਰ ਦੂਸਰਾ ਕੀ ਹੈ ਕਿ ਸਪਰਿੰਗ ਟਾਈਡਸ ਦੇ ਵਿੱਚ ਤੁਹਾਡੇ ਜਿਹੜੀਆਂ ਹੁੰਦੀਆਂ ਨੇ ਉਹ ਹਾਈ ਟਾਈਡਸ ਹੁੰਦੀਆਂ ਨੇ। ਦੂਸਰੀ ਦੋਸਤੋ ਕੰਡੀਸ਼ਨ ਹੈਗੀ ਨੀਪ ਟਾਈਡਸ ਦੀ। ਨੀਪ ਟਾਈਡਸ ਦੇ ਵਿੱਚ ਆਪਣੇ ਕੋਲ ਕੀ ਹੈ, ਜਿਹੜੀ ਇਹ ਆਪਣੇ ਕੋਲ ਸਟ੍ਰੇਟ ਲਾਈਨ ਨਹੀਂ ਹੋਏਗੀ, ਇਹ ਕੀ ਹੋਏਗਾ ਆਪਣੇ ਕੋਲ 90 ਡਿਗਰੀ ਦਾ ਐਂਗਲ ਹੋਏਗਾ, ਹੈ ਨਾ। ਇਸ ਪੋਜੀਸ਼ਨ 'ਤੇ ਹੋਏਗੀ ਕਿ ਸਨ ਇੱਕ ਸਾਈਡ ਹੈ ਔਰ ਦੂਸਰੀ ਸਾਈਡ ਤੁਹਾਡੇ ਕੋਲ ਕੀ ਹੈ 90 ਡਿਗਰੀ ਐਂਗਲ 'ਤੇ ਤੁਹਾਡੇ ਕੋਲ ਕੀ ਹੈ ਮੂਨ ਹੈ। ਇਹ ਕੀ ਕੰਪੈरेटिवली लो टाइड्स ਹੋਣਗੀਆਂ, ਕਿਉਂ ਹੋਣਗੀਆਂ, ਬਿਕੋਜ਼ ਸਨ ਆਪਣੀ ਤਰਫ ਜ਼ੋਰ ਲਗਾ ਰਿਹਾ ਹੈਗਾ ਔਰ ਮੂਨ ਆਪਣੀ ਤਰਫ ਜਿਹੜਾ ਹੈਗਾ ਫੋਰਸ ਲਗਾ ਰਿਹਾ ਹੈਗਾ। ਸੋ ਇਹ ਕੀ ਤੁਹਾਡੀ ਕੰਪੈरेटिवली लो टाइड्स ਹੈ ਨੀਪ ਟਾਈਡਸ। ਨੀਪ ਟਾਈਡਸ ਦਾ ਮਤਲਬ ਕੀ ਹੈ ਕਿ 90 ਡਿਗਰੀ ਦਾ ਪੋਜੀਸ਼ਨ ਹੈ ਕਿਹਦੀ, ਅਰਥ ਦੀ, ਸਨ ਦੀ ਐਂਡ ਮੂਨ ਦੀ। ਇਹ ਕੀ ਹੈ ਸਪਰਿੰਗ ਟਾਈਡ ਦਾ ਮਤਲਬ ਕੀ ਹੈ ਕਿ ਕੀ ਹੈ ਦੇ ਆਲ ਆਰ ਇਨ ਦਾ ਸਟ੍ਰੇਟ ਲਾਈਨ, ਜਾਂ ਤਾਂ ਅਰਥ ਮੂਨ ਸਨ ਹੋ ਗਿਆ ਜਾਂ ਮੂਨ ਅਰਥ ਐਂਡ ਸਨ ਹੋ ਗਿਆ। ਕਲੀਅਰ। ਸੋ ਇਹ ਤੁਹਾਡਾ ਸੀਗੇ ਟਰਮਸ ਸੀਗੀਆਂ ਟਾਈਡਸ ਦੇ ਬੇਸਡ। ਹੁਣ ਕੁਐਸਚਨ ਆਪਾਂ ਡਿਸਕਸ ਕਰ ਲੈਂਦੇ ਹਾਂ। ਲੂਨਰ ਇਕਲਿਪਸ ਆਪਾਂ ਪੜ੍ਹ ਲਿਆ ਕਿ ਸੋ ਇਹ ਕੀ ਹੈ, ਇੱਕ ਪੋਜੀਸ਼ਨ ਕੀ ਹੁੰਦੀ ਹੈ ਵੈਨ ਅਰਥ ਇਜ਼ ਬਿਟਵੀਨ ਦਾ ਸਨ ਐਂਡ ਦਾ ਮੂਨ, ਉਹਨੂੰ ਆਪਾਂ ਕੀ ਬੋਲਦੇ ਹਾਂ, ਮੂਨ ਔਰ ਸਨ ਦੇ ਵਿਚਕਾਰ ਅਗਰ ਅਰਥ ਆ ਗਈ ਹੈ ਉਹਨੂੰ ਬੋਲਦੇ ਹਾਂ ਲੂਨਰ ਇਕਲਿਪਸ। ਸੋ ਬੀ ਇਜ਼ ਦਾ ਕਰੈਕਟ ਆਂਸਰ। ਵਟ ਇਜ਼ ਦਾ ਸੋਲਰ ਇਕਲਿਪਸ ਕੀ ਹੈ, ਇਹ ਦੂਸਰੀ ਕੰਡੀਸ਼ਨ ਕੀ ਹੈ ਜਦੋਂ ਮੂਨ ਆਪਣਾ ਆ ਜਾਂਦਾ ਬਿਟਵੀਨ ਦਾ ਅਰਥ ਐਂਡ ਦਾ ਸਨ। ਵੈਨ ਮੂਨ ਕਮਸ ਬਿਟਵੀਨ ਦਾ ਅਰਥ ਐਂਡ ਦਾ ਸਨ ਉਹਨੂੰ ਆਪਾਂ ਕੀ ਬੋਲਦੇ ਹਾਂ ਸੋਲਰ ਇਕਲਿਪਸ। ਸੋ ਇਹਦਾ ਕੀ ਆਂਸਰ ਕੀ ਹੈ ਆਪਣੇ ਕੋਲ, ਏ ਇਜ਼ ਦਾ ਕਰੈਕਟ ਆਂਸਰ। ਨੈਕਸਟ ਆਪਣੇ ਕੋਲ ਕੀ ਹੈ ਦ ਨੰਬਰ ਆਫ ਕੋਸਟਲ ਸਟੇਟਸ ਇਨ ਇੰਡੀਆ। ਹੁਣ ਕੋਸਟਲ ਸਟੇਟਸ ਦੋਸਤੋ ਕਿਹੜੀਆਂ ਨੇ ਜਿਨ੍ਹਾਂ ਨਾਲ ਸਮੁੰਦਰ ਲੱਗਦਾ ਹੈ ਨਾ, ਅਗਰ ਆਪਾਂ ਇਹ ਦੇਖੀਏ ਇੰਡੀਅਨ ਦੇ ਮੈਪ ਦੇ ਵਿੱਚ, ਪਹਿਲੇ ਤਾਂ ਆਂਸਰ ਟਿਕ ਕਰੀਏ 9 ਆਪਣੇ ਕੋਲ ਸਟੇਟਸ ਹੈਗੇ ਨੇ ਕੋਸਟਲ ਸਟੇਟਸ। ਕਿਹੜੀ ਕਿਹੜੀਆਂ 9 ਕਿਹੜੀ ਕਿਹੜੀਆਂ ਨੇ ਤਾਂ ਆਪਾਂ ਸ਼ੁਰੂ ਕਰ ਲੈਂਦੇ ਹਾਂ ਗੁਜਰਾਤ, ਉਸ ਤੋਂ ਬਾਅਦ ਮਹਾਰਾਸ਼ਟਰ, ਗੋਆ, ਕਰਨਾਟਕਾ, ਕੇਰਲਾ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਉੜੀਸਾ, ਔਰ ਇਹ ਅੱਗੇ ਤੁਹਾਡੇ ਕੋਲ ਕੀ ਆ ਗਿਆ ਵੈਸਟ ਬੰਗਾਲ ਆ ਗਿਆ। ਸੋ ਗੁਜਰਾਤ ਤੋਂ ਲੈ ਕੇ ਵੈਸਟ ਬੰਗਾਲ ਤੱਕ ਆਪਣੇ ਕੋਲ ਕਿੰਨੀਆਂ ਸਟੇਟਸ ਨੇ, 9 ਸਟੇਟਸ ਨੇ। ਸੋ ਥਰਡ ਕੁਐਸਚਨ ਉਹਦਾ ਆਂਸਰ ਕੀ ਆਪਣੇ ਕੋਲੇ 9 ਇਜ਼ ਦਾ ਕਰੈਕਟ ਆਂਸਰ। ਦੂਸਰਾ ਇਹਦੇ ਨਾਲ ਇੱਕ ਤੁਹਾਨੂੰ ਇਹਨਾਂ ਦੇ ਨੇਮਸ ਵੀ ਦਿੱਤੇ ਹੋਏ ਆਪਾਂ ਉਹ ਵੀ ਪੁੱਛ ਲੈਂਦਾ ਹੈਗਾ। ਜਿਹੜਾ ਇਹ ਵਾਲਾ ਏਰੀਆ ਇਹਨੂੰ ਆਪਾਂ ਬੋਲਦੇ ਹਾਂ ਕੋਂਕਣ ਕੋਸਟ, ਔਰ ਜਿਹੜੇ ਨੀਚੇ ਕਰਨਾਟਕਾ ਕੇਰਲਾ ਵਾਲਾ ਏਰੀਆ ਇਹਨੂੰ ਬੋਲਦੇ ਹਾਂ ਮਾਲਾਬਾਰ ਕੋਸਟ, ਔਰ ਜਿਹੜਾ ਤਾਮਿਲਨਾਡੂ ਜਾਂ ਆਂਧਰਾ ਪ੍ਰਦੇਸ਼ ਵਾਲਾ ਏਰੀਆ ਇਹਨੂੰ ਬੋਲਦੇ ਹਾਂ ਕੋਰੋਮੰਡਲ ਕੋਸਟ। ਠੀਕ ਹੈ। ਤਾਂ ਐਗਜ਼ਾਮ ਦੇ ਵਿੱਚ ਇਹ ਵੀ ਪੁੱਛ ਲਏਗਾ ਜਿਹੜਾ ਕੋਸਟਲ ਏਰੀਆ ਹੈਗਾ ਤਾਮਿਲਨਾਡੂ ਵਾਲਾ ਉਹਨੂੰ ਕਿਸ ਨੇਮ ਨਾਲ ਜਾਣਿਆ ਜਾਂਦਾ ਹੈਗਾ, ਕੋਰੋਮੰਡਲ ਦਾ ਕੋਸਟ ਨਾਲ। ਮਾਲਾਬਾਰ ਕੋਸਟ ਕਿਸ ਏਰੀਆ ਦਾ ਹੈਗਾ ਜੋ ਟੱਚ ਕਰਦੇ ਕੇਰਲਾ ਔਰ ਕਰਨਾਟਕ ਵਾਲੀ ਸਾਈਡ, ਔਰ ਇਹ ਉੱਪਰ ਵਾਲਾ ਪੋਰਸ਼ਨ ਤੁਹਾਡੇ ਕੋਲ ਕੀ ਹੈਗਾ ਕੋਂਕਣ ਕੋਸਟ ਆ ਗਿਆ। ਸੋ ਥਰਡ ਕੁਐਸਚਨ ਦਾ ਆਂਸਰ ਤੁਹਾਡੇ ਕੋਲ ਕੀ ਹੈ 9th ਇਜ਼ ਦਾ ਕਰੈਕਟ ਆਂਸਰ। ਨੈਕਸਟ ਕੀ ਹੈ ਕੁਝ ਕਰੰਟ ਦੇ ਕੁਐਸਚਨ ਨੇ ਆਪਣੇ ਕੋਲੇ, ਬੇਸਿਕ ਕੁਐਸਚਨ ਨੇ, ਰੀਸੈਂਟਲੀ ਨਹੀਂ ਹੋਏ, ਬਟ ਇਹ ਕੀ ਹੈ ਤੁਹਾਨੂੰ ਨੌਲੇਜ ਹੋਣੀ ਚਾਹੀਦੀ, ਐਗਜ਼ਾਮੀਨਰ ਇਹ ਪੁੱਛ ਸਕਦਾ ਹੈ। ਹਾਕੀ ਦੀ ਗੱਲ ਕਰਦੇ ਹਾਂ ਤਾਂ ਹੂ ਇਜ਼ ਦਾ ਪ੍ਰੈਜ਼ੀਡੈਂਟ ਆਫ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ। ਪਹਿਲੇ ਆਪਾਂ ਇਹਦਾ ਆਂਸਰ ਲਗਾਈਏ, ਇੰਡੀਅਨ ਬਣੇ ਆ ਨਰਿੰਦਰ ਧਰੁਵ ਬਤਰਾ, ਹੈ ਨਾ। तो सी इज़ द ਕਰੈਕਟ ਆਂਸਰ। ਉਸ ਤੋਂ ਡੀ ਆਪਾਂ ਦੇਖ ਲੈਂਦੇ ਡੀ ਦੇ ਵਿੱਚ ਕੀ ਹੈ, ਇਹ ਕੀ ਹੈ ਹੀ ਇਜ਼ ਦਾ ਪ੍ਰੈਜ਼ੀਡੈਂਟ ਆਫ ਇੰਡੀਅਨ ਹਾਕੀ। ਇੰਡੀਆ ਦੀ ਗੱਲ ਕਰ ਰਹੇ ਹਾਂ ਤਾਂ ਉੱਥੇ ਪ੍ਰੈਜ਼ੀਡੈਂਟ ਕੌਣ ਆਪਣੇ ਕੋਲੇ ਗਿਆਨਰੋ ਨਿਗਮਬਮ, ਹੈ ਨਾ। ਉਸ ਤੋਂ ਬਾਅਦ ਕੀ ਹੈ ਇਹ ਤੁਹਾਡੇ ਕੋਲ ਸੀਗੇ ਜਿਹੜੇ ਪਹਿਲੇ ਸੀਗੇ ਇੰਡੀਅਨ ਵੂਮਨ ਹਾਕੀ ਟੀਮ ਦੇ ਜਿਹੜੇ ਸੀਗੇ ਕੋਚ ਸੀਗੇ, ਵੂਮਨ ਹਾਕੀ ਟੀਮ ਕੋਚ, ਇਹ ਐਕਸ ਹੋ ਗਏ ਤੁਹਾਡੇ ਕੋਲ ਨਾ। ਉਸ ਤੋਂ ਬਾਅਦ ਕੀ ਤੁਹਾਡੇ ਕੋਲ ਗਾਰਮ ਰੀਡ, ਇਹ ਤੁਹਾਡੇ ਕੋਲ ਕੀ ਹੈ ਇਜ਼ ਦਾ ਕੋਚ ਆਫ ਇੰਡੀਅਨ ਹਾਕੀ ਟੀਮ। ਇਹ ਐਟ ਪ੍ਰੈਜ਼ੈਂਟ ਜਿਹੜੇ ਹੈਗੇ ਆ ਇੰਡੀਅਨ ਹਾਕੀ ਟੀਮ ਮੈਨ ਦੀ ਗੱਲ ਕਰ ਰਹੇ ਹਾਂ, ਮੈਨ ਇੰਡੀਅਨ ਹਾਕੀ ਟੀਮ, ਉਹਦੇ ਕੋਚ ਕੌਣ ਆ ਗਾਰਮ ਰੀਡ। ਠੀਕ ਹੈ। ਇਹ ਆਂਸਰ ਬੱਚੋ ਇਹਦਾ ਜਿਹੜਾ ਹੈਗਾ ਕਿ ਫੋਰਥ ਕੁਐਸਚਨ ਦਾ ਜੋ ਆਂਸਰ ਹੈ ਸੀ ਇਜ਼ ਦਾ ਕਰੈਕਟ ਆਂਸਰ। ਨਰਿੰਦਰ ਧਰੁਵ ਬਤਰਾ ਕੀ ਬਣਿਆ ਹੈਗਾ ਪ੍ਰੈਜ਼ੀਡੈਂਟ ਆਫ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਦਾ। ਨੈਕਸਟ ਕੀ ਹੈ ਹਾਕੀ ਵਰਲਡ ਕੱਪ 2023 ਦੇ ਵਿੱਚ ਮੈਨ ਵਾਲਾ ਜਿਹੜਾ ਕਿੱਥੇ ਹੋ ਰਿਹਾ ਹੈਗਾ, ਕਰੈਕਟ ਆਂਸਰ ਟਿਕ ਕਰੀਏ ਪਹਿਲਾਂ ਇੰਡੀਆ ਦੇ ਵਿੱਚ ਕਿਹੜੀ ਸਟੇਟ ਦੇ ਵਿੱਚ, ਉੜੀਸਾ ਦੇ ਵਿੱਚ ਹੋ ਰਿਹਾ ਹੈਗਾ, ਭੁਵਨੇਸ਼ਵਰ ਐਂਡ ਰੁਰਕੇਲਾ ਦੇ ਵਿੱਚ। ਦੂਸਰੀ ਆਪਸ਼ਨ ਵੀ ਆਪਾਂ ਚੈੱਕ ਕਰ ਲੈਂਦੇ ਸਪੇਨ ਐਂਡ ਨੀਦਰਲੈਂਡ। ਕਿਉਂ ਇੰਪੋਰਟੈਂਟ ਹੈ ਬਿਕੋਜ਼ ਇੱਥੇ ਆਪਣੇ ਕੋਲ ਵੀ ਹੋ ਰਿਹਾ 2022 ਦੇ ਵਿੱਚ ਵੂਮੈਨ ਹਾਕੀ ਵਰਲਡ ਕੱਪ ਹੋ ਰਿਹਾ ਹੈਗਾ, ਹਾਕੀ ਵਰਲਡ ਕੱਪ। ਠੀਕ ਹੈ। ਕਿੱਥੇ ਹੋ ਰਿਹਾ ਹੈਗਾ ਸਪੇਨ ਐਂਡ ਨੀਦਰਲੈਂਡ ਦੇ ਵਿੱਚ, ਔਰ ਇਹ ਤੁਹਾਡੇ ਇਹਨਾਂ ਦਾ ਕੋਈ ਰੈਲੀਵੈਂਸ ਨਹੀਂ ਹੈ, ਸਿਰਫ ਤੁਹਾਨੂੰ ਕਨਫਿਊਜ਼ ਕਰਨ ਦੇ ਲਈ ਹੈ। ਸੋ ਫਿਫਥ ਕੁਐਸਚਨ ਦਾ ਜੋ ਆਂਸਰ ਹੈ ਇਹ ਇਜ਼ ਦਾ ਕਰੈਕਟ ਆਂਸਰ। ਨੈਕਸਟ ਨੇਮ ਆਫ ਦਾ ਕੈਪਟਨ ਆਫ ਇੰਡੀਅਨ ਹਾਕੀ ਟੀਮ ਵੂਮੈਨ। ਦੇਖੋ ਮੈਨ ਹਾਕੀ ਟੀਮ ਦਾ ਤੁਹਾਨੂੰ ਪਤਾ ਹੈ ਕਿ ਕੈਪਟਨ ਕੌਣ ਹੈ ਮਨਪ੍ਰੀਤ ਸਿੰਘ, ਹੈ ਨਾ। ਰੀਸੈਂਟਲੀ ਪ੍ਰਮੋਟ ਕੀਤਾ ਉਹਨੂੰ ਸੁਪਰਡੈਂਟ ਆਫ ਪੁਲਿਸ ਬਣਾਤਾ ਡੀਐਸਪੀ ਤੋਂ, ਔਰ ਲੇਕਿਨ ਇਹਨਾਂ ਨੇ ਪੁੱਛਿਆ ਕਿ ਆਪਾਂ ਨੂੰ ਵੂਮੈਨ ਹਾਕੀ ਟੀਮ ਦਾ, ਔਰ ਵੂਮੈਨ ਹਾਕੀ ਟੀਮ ਦਾ ਜੋ ਇਹਦਾ ਕੋਚ ਆਪਣਾ ਕੈਪਟਨ ਹੋਏਗਾ ਉਹ ਕੌਣ ਹੈ ਰਾਣੀ ਰਾਮਪਾਲ।
और ये की है मनिका बत्रा तुहाडे कोल ये टेबल टेनिस प्लेयर है और विनेश फोगाट तुहाडे कोल की है ये की है तुहाडे कोल रैसलर है और ये तिन्ने तुहाडे कोल लास्ट टाइम 2020 ਦੇ ਵਿੱਚ ਇਹਨਾਂ ਨੂੰ ਕੀ ਮਿਲਿਆ ਸੀਗਾ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਮਿਲਿਆ ਸੀਗਾ 2020 ਦੇ ਵਿੱਚ ਰਾਣੀ ਰਾਮਪਾਲ ਮਨੀਕਾ ਬਤਰਾ ਐਂਡ ਵਿਨਾਸ਼ ਫੋਗਾਟ ਹੈ ਨਾ ਦੋ ਹੋਰ ਸੀਗੇ ਉਹਦੇ ਨਾਲ ਤਿੰਨ ਇਹ ਸੀਗੇ ਤੁਹਾਡੇ ਕੋਲੇ 2020 ਦੇ ਵਿੱਚ ਔਰ ਐਟ ਪ੍ਰੈਜ਼ੈਂਟ ਜਿਹੜਾ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਆ ਉਹਦਾ ਆਪਾਂ ਨੇਮ ਚੇਂਜ ਕਰਤਾ ਨਰਿੰਦਰ ਮੋਦੀ ਜੀ ਨੇ ਸੋ ਉਹਦਾ ਨਿਊ ਨੇਮ ਕੀ ਹੈ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ ਸੋ ਇਹ ਵੀ ਦੋਸਤੋ ਤੁਸੀਂ ਯਾਦ ਰੱਖ ਲੈਣਾ ਹੈ ਬਟ ਦਾ ਕਰੈਕਟ ਆਂਸਰ ਆਫ ਦਾ 6th ਕੁਐਸਚਨ ਇਜ਼ ਰਾਣੀ ਰਾਮਪਾਲ ਇਜ਼ ਦਾ ਕੈਪਟਨ ਆਫ ਇੰਡੀਅਨ ਹਾਕੀ ਟੀਮ ਵੂਮਨ ਦਾ ਨੈਕਸਟ ਆਪਣੇ ਕੋਲ ਹੈ ਨਿਊ ਚੇਅਰਮੈਨ ਆਫ ICC ਇੰਟਰਨੈਸ਼ਨਲ ਕ੍ਰਿਕਟ ਕਾਉਂਸਲ ਦੀ ਕ੍ਰਿਕਟ ਦੀ ਗੱਲ ਕਰ ਰਹੇ ਹਾਂ ਤਾਂ ਇਹਦਾ ਚੇਅਰਮੈਨ ਆਪਣੇ ਕੋਲ ਕੌਣ ਹੈ ग्रेग वर्कले है ना एक ये ही इज़ फ्रॉम न्यूजीलैंड चेयरमैन ऑफ ICC और ये तुहाडे कोल कौन सीगे शशांक मनोहर इंडियन सीगे इन्होंने रिजाइन करता सीगा इन्होंने रिजाइन करने के बाद इंटरम कौन बने सी इमरान ख्वाजा बने सीगे हुण अल्टीमेटली तुहाडे कोल फाइनली कौन बन गए फुल टाइम जिहड़ा हैगा ग्रेग वर्कले सो B इज़ द करैक्ट आंसर ही इज़ द चेयरमैन ऑफ ICC इंटरनेशनल क्रिकेट काउंसिल सो B इज़ द करैक्ट आंसर ਨੈਕਸਟ ਹੈ ਨੇਮ ਆਫ ਦਾ ਪ੍ਰੈਜ਼ੀਡੈਂਟ ਆਫ BCCI ਇੰਡੀਆ ਦੀ ਗੱਲ ਕਰ ਰਹੇ ਹਾਂ ਬੋਰਡ ਆਫ ਕੰਟਰੋਲ ਫॉर ਕ੍ਰਿਕਟ ਇਨ ਇੰਡੀਆ ਉਹਦੇ ਪ੍ਰੈਜ਼ੀਡੈਂਟ ਕੌਣ ਆ ਸੌਰਵ ਗਾਂਗੁਲੀ ਸੋ ਏ ਇਜ਼ ਦਾ ਕਰੈਕਟ ਆਂਸਰ ਉਸ ਤੋਂ ਬਾਅਦ ਇੰਡੀਅਨ ਕ੍ਰਿਕਟ ਟੀਮ ਜਿਹੜਾ ਮੈਨ ਆ ਉਹਦੇ ਕੋਚ ਕੌਣ ਆ ਆਪਣੇ ਕੋਲ ਐਟ ਪ੍ਰੈਜ਼ੈਂਟ ਰਾਹੁਲ ਦਰਾਵਿਡ ਪਹਿਲਾਂ ਰਵੀ ਸ਼ਾਸਤਰੀ ਸੀਗੇ ਉਹਨਾਂ ਨੂੰ ਰਿਪਲੇਸ ਕਰਤਾ ਰਾਹੁਲ ਦਰਾਵਿਡ ਨੇ ਸੋ ਕੋਚ ਆਫ ਇੰਡੀਅਨ ਕ੍ਰਿਕਟ ਟੀਮ ਮੈਨ ਉਹ ਆਪਣੇ ਕੋਲ ਕੌਣ ਹੈ ਰਾਹੁਲ ਦਰਾਵਿਡ ਐਂਡ ਕੋਚ ਆਫ ਇੰਡੀਅਨ ਕ੍ਰਿਕਟ ਟੀਮ ਵੂਮਨ ਦੇ ਕੋਚ ਕੌਣ ਆਪਣੇ ਕੋਲੇ ਵਰਕਰੀ ਰਮਨ ठीक है he is the coach of Indian cricket team women so 8th question है ਉਹਦਾ ਆਨਸਰ ਆਪਣੇ ਕੋਲ ਕੀ ਹੈ A is the correct answer next ਕੁਝ CEO ਆਪਾਂ ਯਾਦ ਕਰ ਲੈਣੇ ਆ CEO of Railway Board of India ਹੈਗਾ ਕੌਣ ਬਣਿਆ ਹੈਗਾ ਸੁਨੀਤ ਸ਼ਰਮਾ so A is the correct answer ਸੁਨੀਤ ਸ਼ਰਮਾ is the new chairman and CEO of Railway Board of India ਉਸ ਤੋਂ ਬਾਅਦ ਇਹ ਵੀ CEO ਹੈ ਕਿਸੇ ਨਾ ਕਿਸੇ ਕੰਪਨੀ ਦੇ JB ਮੋਹਪਾਤਰਾ ਆਪਣੇ ਕੋਲ ਕੀ ਹੈ he is the chairman of the Central Board of Direct Taxes ਨੂੰ ਬੋਲਦੇ ਆਪਾਂ CBDT Central Board of Direct Taxes ਉਹਨਾਂ ਦਾ ਚੇਅਰਮੈਨ ਕੌਣ ਹੈ JB ਮੋਹਪਾਤਰਾ ਸ਼ਸ਼ੀਧਰ ਜਗਦੀਸ਼ਨ he is the CEO of HDFC quite important ਸੁੰਦਰ ਪਿਚਾਈ he is the CEO of Google ठीक है ये भी तेनों याद कर लेने हैं बट 9th का करैक्ट आंसर है A इज़ द करैक्ट आंसर उस तो बाद की कुछ होर CEO आप याद कर रहे हैं नेम ऑफ द नीति आयोग जिहड़ा हैगा CEO ये अपन पता है कि कौन है अमिताभ कांत A इज़ द करैक्ट आंसर बट ये है सौरभ गर्ग शक्तिकांत दास एंड TB सोमनाथन ये कौन कौन है इन्हों का भी आप देख लेने हैं सब तो पहले आप देखते हैं सौरभ गर्ग की है ही इज़ द CEO ऑफ ਜਿਹੜਾ ਆਪਣਾ UIDAI ਆਧਾਰ ਕਾਰਡ ਦਾ ਜਿਹੜਾ ਉਹਨਾਂ ਦਾ CEO ਕੌਣ ਹੈ ਸੌਰਵ ਗਰਗ ਸ਼ਕਤੀਕਾਂਤ ਦਾਸ ਆਪਾਂ ਨੂੰ ਪਤਾ ਹੈ ਹੀ ਇਜ਼ ਦਾ ਗਵਰਨਰ ਆਫ RBI ਠੀਕ ਹੈ ਔਰ TB ਸੋਮਨਾਥਨ ਕੌਣ ਹੈ ਫਾਈਨਾਂਸ ਸੈਕਟਰੀ ਇਨ ਦਾ ਯੂਨੀਅਨ ਫਾਈਨਾਂਸ ਸੈਕਟਰੀ ਇਹ ਕੀ ਹੈ ਸੋਮਨਾਥਨ ਜਿਹੜੇ ਫਾਈਨਾਂਸ ਸੈਕਟਰੀ ਹੁੰਦਾ ਹੈਗਾ ਜਿਹੜਾ ਸਾਈਨ ਕਰਦਾ ਹੈਗਾ 1 ਰੁਪਏ ਦਾ ਜਿਹੜਾ ਤੁਹਾਡਾ ਕਾਇਨ ਹੁੰਦਾ ਹੈਗਾ ਜਾਂ ਨੋਟ ਹੈ ਉਹਦੇ ਉੱਪਰ ਕਿਸੇ ਦੇ ਸਾਈਨ ਹੁੰਦੇ ਆ ਸੈਕਟਰੀ ਆਫ ਦਾ ਫਾਈਨਾਂਸ ਦੇ है ना हो गई है तुहाडे कोल TB सोमनाथन है और 1 रुपये के उपर जिहड़े साइन होंदे वो होंदे गवर्नर ऑफ RBI दे और RBI दे एट प्रेजेंट गवर्नर कौन है तुहाडे कोल शक्तिकांत दास इज द गवर्नर ऑफ RBI एट प्रेजेंट बट जो 10th का जो करैक्ट आंसर है ए इज द करैक्ट आंसर अमिताभ कांत इज द CEO ऑफ नीति आयोग ਨੈਕਸਟ ਆਪਣੇ ਕੋਲ ਹੈਗੀ ਹੈ ਯੂਨੀਅਨ ਲਿਸਟ ਸਟੇਟ ਲਿਸਟ ਐਂਡ ਕੰਕਰੈਂਟ ਲਿਸਟ ਦੇ ਵਿੱਚ ਜਿਹੜੇ ਹੈਗੇ ਆ ਕਿੰਨੇ ਸਬਜੈਕਟਸ ਨੇ ਇਹ ਗੱਲ ਕਰ ਰਹੇ ਹਾਂ ਤਾਂ ਦੋਸਤੋ ਇਹ ਕੀ ਹੁੰਦਾ ਹੈ ਯੂਨੀਅਨ ਲਿਸਟ ਦਾ ਮਤਲਬ ਕੀ ਹੈ ਕਿ ਕਿੰਨੇ ਸਬਜੈਕਟਸ ਦੇ ਉੱਪਰ ਜਿਹੜਾ ਹੈਗਾ ਸੈਂਟਰ ਕਾਨੂੰਨ ਬਣਾਏਗਾ ਕਿੰਨੇ ਸਬਜੈਕਟਸ ਦੇ ਉੱਪਰ ਸਟੇਟ ਕਾਨੂੰਨ ਬਣਾਏਗਾ ਔਰ ਕਿੰਨੇ ਸਬਜੈਕਟਸ ਦੇ ਉੱਪਰ ਸਟੇਟ ਔਰ ਯੂਨੀਅਨ ਦੋਨੋਂ ਰਲ ਕੇ ਬਣਾਉਣਗੇ ਉਹਨੂੰ ਆਪਾਂ ਬੋਲਦੇ ਆ ਕੰਕਰੈਂਟ ਲਿਸਟ ਸੋ ਯੂਨੀਅਨ ਲਿਸਟ ਦੇ ਵਿੱਚ ਆਪਣੇ ਕੋਲ ਕਿੰਨੇ ਆ 100 ਸਬਜੈਕਟਸ ਨੇ ਸਟੇਟ ਸਬਜੈਕਟਸ ਦੇ ਵਿੱਚ ਆਪਣੇ ਕੋਲ ਕਿੰਨੇ ਨੇ ਸਟੇਟ ਲਿਸਟ ਵਿੱਚ ਸਬਜੈਕਟ किन्ने ने अपने को 61 ने और कंकरेंट के अपने को किन्ने ने 52 पहले आंसर टिक करते हैं करैक्ट आंसर इज द B इज द करैक्ट आंसर ये 61 किमें तुहाडे कोल होए है ये पहले तुहाडे कोल सीगे 66 ਸੀਗੀ ਇਹਦੇ ਚੋਂ ਜਿਹੜੀ ਸੀਗੀ ਸਟੇਟ ਲਿਸਟ ਦੇ ਵਿੱਚ 5 ਆਪਾਂ ਕੀ ਕਰਤੇ ਆ ਸ਼ਿਫਟ ਕਰਤੇ ਆ ਕੰਕਰੈਂਟ ਲਿਸਟ ਦੇ ਵਿੱਚ ਪਹਿਲੇ 47 ਸੀਗੇ ਇਹ ਜਿਹੜੇ ਸਟੇਟ ਲਿਸਟ ਵਾਲੇ ਆਪਾਂ ਐਡ ਕਰਤੇ 5 ਹੋਰ ਹੋ ਗਏ ਸੋ ਇਹ ਅਲਟੀਮੇਟਲੀ 52 ਹੋ ਗਏ ਇਹ ਰਿਡਿਊਸ ਹੋ ਗਿਆ ਆਪਣੇ ਕੋਲ 61 ਹੋ ਗਏ ਔਰ ਇਹ ਐਟ ਪ੍ਰੈਜ਼ੈਂਟ ਆਪਣੇ ਕੋਲ ਕੀ ਹੈ 100 ਸੋ B ਇਜ਼ ਦਾ ਕਰੈਕਟ ਆਂਸਰ
और दूसरा दोस्तों अगर को ਤੁਹਾਡੇ ਕੋਲ ਇਹੋ ਜਿਹਾ ਕੁਐਸਚਨ ਆ ਜਾਂਦਾ ਹੈ ਕਿ ਅਗਰ ਕੋਈ ਇਹੋ ਜਿਹਾ ਕਾਨੂੰਨ ਬਣਾਉਣਾ ਹੈ ਜਾਂ ਇਸ ਸਬਜੈਕਟ ਦੇ ਉੱਪਰ ਕਾਨੂੰਨ ਬਣਾਉਣਾ ਹੈ ਜੋ ਨਾ ਤਾਂ ਯੂਨੀਅਨ ਲਿਸਟ ਦੇ ਵਿੱਚ ਹੈ ਨਾ ਸਟੇਟ ਲਿਸਟ ਦੇ ਵਿੱਚ ਮੈਂਸ਼ਨਡ ਹੈ ਔਰ ਨਾ ਕੰਕਰੈਂਟ ਲਿਸਟ ਦੇ ਵਿੱਚ ਮੈਂਸ਼ਨਡ ਹੈ ਤਾਂ ਉਸ ਕੇਸ ਦੇ ਵਿੱਚ ਜਿਹੜੀਆਂ ਕਿ ਪਾਵਰ ਕਿਸ ਕੋਲੇ ਹੋਣੀਆਂ ਨੇ ਤਾਂ ਯੂਨੀਅਨ ਆਫ ਇੰਡੀਆ ਜਿਹੜੀ ਯੂਨੀਅਨ ਗਵਰਨਮੈਂਟ ਹੋਏਗੀ ਉਹਦੇ ਕੋਲੇ ਕੀ ਪਾਵਰ ਹੋਏਗੀ ਸਿਰਫ ਯੂਨੀਅਨ ਗਵਰਨਮੈਂਟ ਹੀ ਬਣਾ ਸਕਦੀ ਹੈ ਕਾਨੂੰਨ ਆਨ ਦਾ ਸਬਜੈਕਟ ਜਿਹੜਾ ਵਿਚ ਇਜ਼ ਨਾਟ ਮੈਂਸ਼ਨਡ ਇਨ ਦਾ ਯੂਨੀਅਨ ਲਿਸਟ ਸਟੇਟ ਲਿਸਟ ਔਰ ਕੰਕਰੈਂਟ ਲਿਸਟ ਔਰ ਐਗਜ਼ਾਮੀਨਰ ਤੁਹਾਨੂੰ ਅਲੱਗ-ਅਲੱਗ ਤੋਂ ਵੀ ਪੁੱਛ ਸਕਦਾ ਯੂਨੀਅਨ ਦੇ ਅਲੱਗ ਤੋਂ ਪੁੱਛ ਸਕਦਾ ਸਟੇਟ ਦੇ ਅਲੱਗ ਤੋਂ ਪੁੱਛ ਸਕਦਾ ਔਰ ਕੰਕਰੈਂਟ ਲਿਸਟ ਦੇ ਅਲੱਗ ਤੋਂ ਕੁਐਸਚਨ ਪੁੱਛ ਸਕਦਾ ਹੈ ਸੋ ਨੈਕਸਟ ਕੁਐਸਚਨ ਆਪਾਂ ਕਰੀਏ ਅਗੇਨ ਉਹੀ ਕੁਐਸਚਨ ਆ ਗਿਆ ਕਿ ਅਗਰ ਤੁਹਾਡੇ ਕੋਲ ਇਹ ਹੈ ਕਿ ਰੈਜ਼ੀਡਿਊਰੀ ਪਾਵਰਸ ਬੋਲਦੇ ਆ ਕਿ ਅਗਰ ਤੁਹਾਡੇ ਕੋਲ ਕੀ ਹੈ ਉਹ ਵਾਲਾ ਸਬਜੈਕਟ ਜਿਹਦਾ ਨਾ ਤਾਂ ਸਟੇਟ ਲਿਸਟ ਦੇ ਵਿੱਚ ਕੋਈ ਮੈਂਸ਼ਨ ਕੀਤਾ ਹੋਇਆ ਕਿਸੇ ਸਬਜੈਕਟ ਦੇ ਉੱਪਰ ਨਾ ਤੁਹਾਡਾ ਯੂਨੀਅਨ ਲਿਸਟ ਦੇ ਵਿੱਚ ਆ ਨਾ ਕੰਕਰੈਂਟ ਲਿਸਟ ਦੇ ਵਿੱਚ ਆ ਅਗਰ ਕੋਈ ਇਹੋ ਜਿਹਾ ਕਾਨੂੰਨ ਬਣਾਉਣਾ ਇਸ ਸਬਜੈਕਟ ਦੇ ਉੱਪਰ ਕਾਨੂੰਨ ਬਣਾਉਣਾ ਤਾਂ ਉਹ ਕੌਣ ਬਣਾਏਗਾ ਸੋ ਯੂਨੀਅਨ ਗਵਰਨਮੈਂਟ ਬਣਾਏਗੀ ਕਾਨੂੰਨ ਜਿਹੜਾ ਹੈਗਾ ਜੋ ਸਬਜੈਕਟ ਨਾ ਯੂਨੀਅਨ ਲਿਸਟ 'ਚ ਨਾ ਸਟੇਟ ਲਿਸਟ 'ਚ ਨਾ ਕੰਕਰੈਂਟ ਲਿਸਟ ਉਹਨੂੰ ਆਪਾਂ ਬੋਲਦੇ ਹਾਂ ਰੈਜ਼ੀਡਿਊਰੀ ਪਾਵਰਸ ਸੋ ਏ ਇਜ਼ ਦਾ ਕਰੈਕਟ ਆਨਸਰ ਨੈਕਸਟ ਕੀ ਹੈ ਹੂ ਇਜ਼ ਦਾ ਚੀਫ ਜਸਟਿਸ ਆਫ ਇੰਡੀਆ ਵੈਨ ਪਬਲਿਕ ਇੰਟਰਸਟ ਲਿਟੀਗੇਸ਼ਨ ਇੰਟਰੋਡਿਊਸ ਹੋਈ ਸੀਗੀ ਪਬਲਿਕ ਇੰਟਰਸਟ ਲਿਟੀਗੇਸ਼ਨ ਕੀ ਹੈ ਕਿ ਕੋਈ ਵੀ ਇੱਕ ਪਬਲਿਕ ਕਾਜ਼ ਦੇ ਲਈ ਆਪਾਂ ਕੇਸ ਕਰ ਸਕਦੇ ਹਾਂ ਹੈ ਨਾ ਫॉर ਦਾ ਬੈਨੀਫਿਟ ਆਫ ਦਾ ਪਬਲਿਕ ਹੈ ਨਾ ਫॉर ਐਗਜ਼ਾਮਪਲ ਪੋਲਿਊਸ਼ਨ ਹੋ ਰਿਹਾ ਹੈਗਾ ਤੁਹਾਡੇ ਜਿਹੜੇ ਹੈਗੇ ਗ੍ਰੀਨ ਬੈਲਟ ਖਤਮ ਹੋ ਰਹੀ ਹੈ ਤਾਂ ਉਹਦੇ ਲਈ ਕੀ ਇੱਕ ਪਬਲਿਕ ਕਾਜ਼ ਦੇ ਲਈ ਆਪਾਂ ਕੇਸ ਪਾ ਸਕਦੇ ਹਾਂ ਉਹ ਕਿਸ ਅੰਡਰ ਆਉਂਦਾ ਹੈਗਾ ਪਬਲਿਕ ਇੰਟਰਸਟ ਲਿਟੀਗੇਸ਼ਨ ਕਿੱਥੋਂ ਬੋਰੋ ਕੀਤਾ ਸੀ ਇਹ ਆਪਾਂ ਬ੍ਰਿਟੇਨ ਤੋਂ ਬਟ ਆਪਣਾ ਕੁਐਸਚਨ ਕੀ ਹੈ ਕਿ ਜਦੋਂ ਇਹ ਇੰਟਰੋਡਿਊਸ ਹੋਇਆ ਉਦੋਂ ਚੀਫ ਜਸਟਿਸ ਆਫ ਇੰਡੀਆ ਕੌਣ ਸੀਗਾ ਆਪਣੇ ਕੋਲੇ ਸੋ ਆਨਸਰ ਇਜ਼ ਪੀ.ਐਨ. ਭਗਵਤੀ ਕੁਆਇਟ ਇੰਪੋਰਟੈਂਟ ਬਹੁਤ ਇੰਪੋਰਟੈਂਟ ਕੁਐਸਚਨ ਹੈ ਸੋ ਇਹਦਾ ਬੀ ਇਜ਼ ਦਾ ਕਰੈਕਟ ਆਨਸਰ ਨੈਕਸਟ ਵਿਚ ਆਫ ਦਾ ਫੋਲੋਇੰਗ ਇਜ਼ ਦਾ ਲਾਰਜੈਸਟ ਕਮੇਟੀ ਤਿੰਨ ਕਮੇਟੀਜ਼ ਫੇਮਸ ਆਪਣੇ ਕੋਲ ਇੰਪੋਰਟੈਂਟ ਨੇ ਪਾਰਲੀਮੈਂਟ ਦੀਆਂ ਕਿਹੜੀਆਂ ਨੇ ਕਮੇਟੀ ਔਨ ਪਬਲਿਕ ਅਕਾਊਂਟ ਤੇ ਕਮੇਟੀ ਔਨ ਐਸਟੀਮੇਟ ਐਂਡ ਕਮੇਟੀ ਔਨ ਪਬਲਿਕ ਅੰਡਰਟੇਕਿੰਗ ਅਗਰ ਪਹਿਲੇ ਆਨਸਰ ਟਿਕ ਕਰੀਏ ਸੋ ਜਿਹੜੀ ਲਾਰਜੈਸਟ ਕਮੇਟੀ ਹੁੰਦੀ ਹੈ ਕਮੇਟੀ ਔਨ ਐਸਟੀਮੇਟਸ ਇਹਦੇ 'ਚ ਕਿੰਨੇ ਮੈਂਬਰ ਹੁੰਦੇ ਆ 30 ਮੈਂਬਰ ਹੁੰਦੇ ਆ ਔਰ 30 ਦੇ 30 ਮੈਂਬਰ ਕਿੱਥੇ ਹੁੰਦੇ ਆ ਲੋਕ ਸਭਾ ਦੇ ਇਹਦੇ 'ਚ ਤੁਹਾਡੇ ਕੋਲ 22 ਮੈਂਬਰ ਹੁੰਦੇ ਆ ਦੋਸਤੋ 22 ਦੇ ਵਿੱਚੋਂ 15 ਮੈਂਬਰ ਹੁੰਦੇ ਆ ਲੋਕ ਸਭਾ ਦੇ 7 ਮੈਂਬਰ ਹੁੰਦੇ ਆ ਰਾਜ ਸਭਾ ਦੇ ਇਹਦੇ ਵੀ ਤੁਹਾਡੇ ਕੋਲ 22 ਮੈਂਬਰ ਹੁੰਦੇ ਆ ਅਗੇਨ 15 ਫਰੋਮ ਲੋਕ ਸਭਾ ਐਂਡ 7 ਫਰੋਮ ਰਾਜ ਸਭਾ ਸੋ ਆਪਣਾ ਕੁਐਸਚਨ ਕੀ ਆਇਆ ਸੀਗਾ ਲਾਰਜੈਸਟ ਕਮੇਟੀ ਔਰ ਲਾਰਜੈਸਟ ਕਮੇਟੀ ਜਿਹੜਾ ਹੈਗੀ ਹੈ ਉਹ ਹੈ ਕਮੇਟੀ ਔਨ ਐਸਟੀਮੇਟਸ ਜਿਹਦੇ 'ਚ ਕਿ ਤੁਹਾਡੇ ਕੋਲ ਇਹ ਟੋਟਲ 30 ਮੈਂਬਰ ਹੁੰਦੇ ਆ ਠੀਕ ਹੈ ਸੋ ਬੀ ਇਜ਼ ਦਾ ਕਰੈਕਟ ਆਨਸਰ ਕੁਐਸਚਨ ਇਸ ਤਰ੍ਹਾਂ ਵੀ ਫਰੇਮ ਹੋ ਸਕਦਾ ਕਿ ਇਹ ਜੀ ਕਿਹੜੀ ਕਮੇਟੀ ਹੈ ਜਿਹਦੇ ਕੋਈ ਵੀ ਮੈਂਬਰ ਰਾਜ ਸਭਾ ਦਾ ਨਹੀਂ ਹੁੰਦਾ ਹੈ ਤਾਂ ਉਹਦਾ ਵੀ ਆਨਸਰ ਦੋਸਤੋ ਕੀ ਹੋਏਗਾ ਕਮੇਟੀ ਔਨ ਐਸਟੀਮੇਟ ਬਿਕੋਜ਼ ਇਹ ਸਾਰੇ ਮੈਂਬਰ ਕਿੱਥੋਂ ਹੁੰਦੇ ਆ ਲੋਕ ਸਭਾ ਅਦਰਵਾਈਜ਼ ਇਹਨਾਂ ਦੋਨੋਂ ਕਮੇਟੀ ਦੇ ਵਿੱਚ ਲੋਕ ਸਭਾ ਦੇ ਮੈਂਬਰ ਵੀ ਹੈ ਔਰ ਰਾਜ ਸਭਾ ਦੇ ਮੈਂਬਰ ਵੀ ਹੈ ਸੋ 14th ਕੁਐਸਚਨ ਦਾ ਜੋ ਕਰੈਕਟ ਆਨਸਰ ਹੈ ਬੀ ਇਜ਼ ਦਾ ਕਰੈਕਟ ਆਨਸਰ ਨੈਕਸਟ ਵਾਈਸ ਪ੍ਰੈਜ਼ੀਡੈਂਟ ਇਜ਼ ਦਾ ਐਕਸ ਆਫਿਸੋ ਚੇਅਰਮੈਨ ਆਫ ਦਾ ਕਿਸ ਦਾ ਐਕਸ ਆਫਿਸੋ ਚੇਅਰਮੈਨ ਹੁੰਦਾ ਹੈ ਈਜ਼ੀ ਕੁਐਸਚਨ ਹੈ ਰਾਜ ਸਭਾ ਦਾ ਹੈ ਨਾ ਬਟ ਇਹ ਕੁਐਸਚਨ ਦੇ ਨਾਲ ਹੋਰ ਆਪਾਂ ਕੀ ਯਾਦ ਕਰਨਾ ਕੀ ਹੈ ਕਿ ਜਿਨ੍ਹਾਂ ਦੀ ਜਿਹੜੀ ਮਿਨੀਮਮ ਏਜ ਸਪੈਸੀਫਾਈਡ ਹੈ ਵਾਈਸ ਪ੍ਰੈਜ਼ੀਡੈਂਟ ਲਈ ਕੀ ਹੈ ਪ੍ਰੈਜ਼ੀਡੈਂਟ ਲਈ ਕੀ ਹੈ ਗਵਰਨਰ ਕੀ ਹੈ ਉਹ ਆਪਾਂ ਡਿਸਕਸ ਕਰ ਲੈਂਦੇ ਹਾਂ ਫॉर ਮਿਨੀਮਮ ਏਜ ਰਿਕੁਆਇਰਡ ਫॉर ਦਾ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਐਂਡ ਗਵਰਨਰ ਕਿੰਨੀ ਹੈ 35 ਸਾਲ ਅਗਰ ਕੋਈ ਰਾਜ ਸਭਾ ਮੈਂਬਰ ਬਣਨਾ ਹੈ ਜਾਂ ਵਿਧਾਨ ਪ੍ਰੀਸ਼ਦ ਦਾ ਮੈਂਬਰ ਬਣਨਾ ਹੈ ਮਿਨੀਮਮ ਰਿਕੁਆਇਰਡ ਏਜ ਕੀ ਹੈ 30 ਸਾਲ ਅਗਰ ਲੋਕ ਸਭਾ ਮੈਂਬਰ ਬਣਨਾ ਹੈ ਜਾਂ ਤੁਸੀਂ ਬਣਨਾ ਹੈ ਸਟੇਟ ਲੈਜਿਸਲੇਟਿਵ ਅਸੈਂਬਲੀ ਜੋ ਐਮਐਲਏ ਹੁੰਦੇ ਆ ਉਹਦੇ ਲਈ ਮਿਨੀਮਮ ਏਜ ਕੀ ਹੈ 25 ਸਾਲ ਹੈ ਨਾ ਅਗਰ ਤੁਹਾਡੇ ਕੋਲ ਕੀ ਹੈ ਪੰਚਾਇਤ ਦਾ ਇਲੈਕਸ਼ਨ ਹੋਣਾ ਹੈ ਪੰਚਾਇਤ ਇਲੈਕਸ਼ਨ ਹੈ ਜਾਂ ਮਿਊਨਿਸਪੈਲਿਟੀ ਕਾਉਂਸਲ ਦੇ ਇਲੈਕਸ਼ਨ ਹੈ ਉਹਦੇ ਲਈ ਮਿਨੀਮਮ ਜਿਹੜੀ ਏਜ ਹੈਗੀ ਹੈ ਰਿਕੁਆਇਰਡ ਏਜ ਹੈਗੀ ਹੈ 21 ਸਾਲ ਅਗਰ ਤੁਸੀਂ ਕੋਈ ਵੋਟ ਕਾਸਟ ਕਰਨੀ ਹੈ ਤਾਂ ਉਹਦੇ ਲਈ ਮਿਨੀਮਮ ਏਜ ਕੀ ਹੈ 18 ਸਾਲ ਸੋ ਇਹ ਵੀ ਕੁਐਸਚਨ ਕੋਈ ਨਾ ਕੋਈ ਤੁਹਾਨੂੰ ਪੁੱਛਿਆ ਜਾ ਸਕਦਾ ਇਹਦੇ ਨਾਲ ਇਹ ਵੀ ਤੁਸੀਂ ਯਾਦ ਕਰ ਲੈਣਾ ਹੈ ਇਹਨੂੰ ਅਲੱਗ-ਅਲੱਗ ਕੈਟੇਗਰਾਈਜ਼ ਕਰਕੇ ਠੀਕ ਹੈ ਮਿਨੀਮਮ ਏਜ ਸਪੈਸੀਫਾਈਡ ਹੈ ਮੈਕਸਿਮਮ ਏਜ ਕੋਈ ਵੀ ਸਪੈਸੀਫਾਈਡ ਨਹੀਂ ਹੈ ਆਪਣੇ ਕੋਲ ਨੈਕਸਟ ਕੁਐਸਚਨ ਥੋੜੇ ਹਿਸਟਰੀ ਦੇ ਹੈ ਬਿਲਕੁਲ ਫੈਕਚੁਅਲ ਕੁਐਸਚਨ ਨੇ ਜ਼ਿਆਦਾ ਇਹਦੇ ਵਿੱਚ ਨਹੀਂ ਆਪਾਂ ਡਿਟੇਲ ਦੇ ਵਿੱਚ ਨਹੀਂ ਜਾਵਾਂਗੇ 16th ਕੁਐਸਚਨ ਕੀ ਹੈ ਤੁਹਾਡੇ ਕੋਲੇ ਹੂ ਗੇਵ ਦਾ ਸਲੋਗਨ ਗੋ ਬੈਕ ਟੂ ਵੇਦਾਸ ਹੈ ਨਾ ਸੋ ਇਹਦਾ ਡਾਇਰੈਕਟ ਆਨਸਰ ਆਪਣੇ ਕੋਲ ਕੀ ਹੈ ਸਵਾਮੀ ਦਇਆਨੰਦ ਸਰਸਵਤੀ ਸੀ ਇਜ਼ ਦਾ ਕਰੈਕਟ ਆਨਸਰ ਔਰ ਇਹਨਾਂ ਦਾ ਜਿਹੜਾ ਓਰੀਜਨਲ ਨੇਮ ਸੀਗਾ ਉਹ ਕੀ ਸੀਗਾ ਮੂਲ ਸ਼ੰਕਰ ਕਈ ਵਾਰ ਤੁਹਾਨੂੰ ਆਨਸਰ ਦੇ ਵਿੱਚ ਮੂਲ ਸ਼ੰਕਰ ਪਾਤਾ ਤਾਂ ਇਹਨਾਂ ਦਾ ਕੀ ਓਰੀਜਨਲ ਨੇਮ ਕੀ ਸੀਗਾ ਸਵਾਮੀ ਦਇਆਨੰਦ ਸਰਸਵਤੀ ਦਾ ਓਰੀਜਨਲ ਨੇਮ ਸੀਗਾ ਮੂਲ ਸ਼ੰਕਰ ਐਂਡ ਇਹਨਾਂ ਨੇ ਨਾਰਾ ਕੀ ਦਿੱਤਾ ਸੀਗਾ ਗੋ ਬੈਕ ਟੂ ਵੇਦਾਸ ਸੋ ਆਪਣੇ ਕੋਲ ਸੀ ਇਜ਼ ਦਾ ਕਰੈਕਟ ਆਨਸਰ ਨੈਕਸਟ ਕੀ ਹੈ ਇਨ 1837 ਹੂ ਫਾਊਂਡਡ ਦਾ ਸਤਿਆ ਸੋਧਕ ਸਮਾਜ ਹੈ ਨਾ ਇਹਦਾ ਆਪਣਾ ਕੋਈ ਕਰੈਕਟ ਆਨਸਰ ਕੀ ਹੈ ਜੋਤੀ ਰਾਓ ਫੂਲੇ ਕਦੋਂ
ਕਦੋਂ ਦੀ ਗੱਲ ਹੋ ਰਹੀ ਹੈ 1873 ਦੀ। ਇਨ ਡਿਟੇਲ ਦੋਸਤੋ ਜਦੋਂ ਤੁਹਾਡਾ ਐਗਜ਼ਾਮ ਹੋ ਗਿਆ ਹਿਸਟਰੀ ਨੂੰ ਆਪਾਂ ਪਹਿਲਾਂ ਪੋਲਿਟੀ ਕਵਰ ਕਰਾਂਗੇ ਇਨ ਡਿਟੇਲ, ਉਸ ਤੋਂ ਬਾਅਦ ਆਪਾਂ ਇਹ ਮਾਡਰਨ ਹਿਸਟਰੀ ਸਟਾਰਟ ਕਰਾਂਗੇ, ਹੈ ਨਾ। ਬਟ ਇਹ ਕੀ ਹੈ ਕਿ ਹੁਣ ਤੁਹਾਡੇ ਕੋਲ ਇੰਨਾ ਟਾਈਮ ਨਹੀਂ ਹੈ ਕਿ ਇਹਨਾਂ ਤੁਸੀਂ ਇਹਦੀ ਜਿਹੜੀ ਬੈਕਗਰਾਊਂਡ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਸਿਰਫ ਡਾਇਰੈਕਟ ਕੁਐਸਚਨ ਦੇ ਆਪਾਂ ਰਿਵੀਜ਼ਨ ਕਰ ਰਹੇ ਹਾਂ। ਸੋ ਡਾਇਰੈਕਟ ਦੇ ਲਓ ਕਿ ਅਗਰ ਸੱਤਿਆਸੋਧਕ ਸਮਾਜ ਆ ਗਿਆ ਉਹਦੇ ਵਿੱਚ ਆਪਣਾ ਆਨਸਰ ਕੀ ਹੋਏਗਾ, ਜੋਤੀ ਰਾਓ ਫੂਲੇ ਜਿਹੜਾ ਇਸ ਦਾ ਕਰੈਕਟ ਆਨਸਰ ਹੈ ਨਾ। ਨੈਕਸਟ ਆਪਾਂ ਦੇਖ ਲੈਂਦੇ ਹਾਂ ਨੈਕਸਟ ਕੁਐਸਚਨ ਕੀ ਹੈ, ਵਿਚ ਨਿਊਜ਼ਪੇਪਰ ਔਰ ਮੈਗਜ਼ੀਨ ਇਜ਼ ਨਾਟ ਐਸੋਸੀਏਟਡ ਵਿਦ ਦਾ ਰਾਜਾ ਰਾਮ ਮੋਹਨ ਰਾਏ। ਮ੍ਰਿਤੁਲ ਅਖਬਾਰ ਐਸੋਸੀਏਟਡ ਹੈ, ਸੰਮਤ ਕੌਮਦੀ ਐਸੋਸੀਏਟਡ ਹੈ, ਗਿਫਟ ਟੂ ਮੋਨੋਥੀਸਟ ਹੈ, ਤੇ ਟੀ ਰਹਿ ਗਿਆ ਨਾ ਮੋਨੋਥੀਸਟ। ਇਹ ਵੀ ਕੀ ਹੈ ਤੁਹਾਡਾ ਹੈ ਯੰਗ ਇੰਡੀਆ ਨਹੀਂ, ਇਹ ਕਿਹਦੇ ਨਾਲ ਐਸੋਸੀਏਟਡ ਆ, ਜਿਹੜਾ ਹੈਗਾ ਮਹਾਤਮਾ ਗਾਂਧੀ ਦੇ ਨਾਲ। ਸੋ ਕਰੈਕਟ ਆਨਸਰ ਤੁਹਾਡੇ ਕੋਲ ਕੀ ਹੈ, ਡੀ ਇਜ਼ ਦਾ ਕਰੈਕਟ ਆਨਸਰ। ਇਹ ਤਿੰਨੋਂ ਕਿਹਦੇ ਨਾਲ ਰਿਲੇਟਡ ਨੇ ਤੁਹਾਡੇ ਕੋਲ, ਰਾਜਾ ਰਾਮ ਮੋਹਨ ਰਾਏ ਦੇ ਨਾਲ। ਬਟ ਯੰਗ ਇੰਡੀਆ ਕੀ ਕਿਸ ਦਾ ਗਿਆ ਸੀਗਾ, ਅਖਬਾਰ ਕਿਹਦਾ ਸੀਗਾ, ਮਹਾਤਮਾ ਗਾਂਧੀ ਦਾ। ਸੋ ਡੀ ਇਜ਼ ਦਾ ਕਰੈਕਟ ਆਨਸਰ। ਨੈਕਸਟ ਹੂ ਇਜ਼ ਦਾ ਫਾਊਂਡਰ ਆਫ ਆਤਮਿਆ ਸਭਾ। ਸੋ ਆਤਮਿਆ ਸਭਾ ਦਾ ਜਿਹੜਾ ਫਾਊਂਡਰ ਸੀਗੇ ਉਹ ਰਾਜਾ ਰਾਮ ਮੋਹਨ ਰਾਏ ਸੀਗੇ। ਕਦੋਂ ਦੀ ਇਹ ਗੱਲ ਹੋ ਰਹੀ ਸੀਗੀ ਆਪਣੀ, 1815 ਦੀ। ਉਸ ਤੋਂ ਬਾਅਦ ਦੋਸਤੋ ਇਹਦੇ ਨਾਲ ਹੋਰ ਯਾਦ ਕਰ ਲੈਣਾ ਹੈਗਾ 1815 ਤੋਂ ਬਾਅਦ ਇਹ 1828 ਦੇ ਵਿੱਚ ਆਪਣੇ ਤੁਹਾਡੇ ਕੀ ਬਣ ਗਈ ਸੀਗੀ, ਬ੍ਰਹਮ ਸਮਾਜ। ਕਦੋਂ ਦੀ ਗੱਲ ਹੈ, 1828 ਦੀ। ਔਰ ਇਹਦਾ ਵੀ ਆਨਸਰ ਕੌਣ ਹੈ, ਰਾਜਾ ਰਾਮ ਮੋਹਨ ਰਾਏ। ਸੋ ਏ ਇਜ਼ ਦਾ ਕਰੈਕਟ ਆਨਸਰ ਆਫ ਦਾ 19th ਕੁਐਸਚਨ। ਦ ਸਾਇੰਟੀਫਿਕ ਸੁਸਾਇਟੀ ਵਾਸ ਫਾਊਂਡਡ ਬਾਈ, ਠੀਕ ਹੈ। ਸੋ ਇਹਦਾ ਜਿਹੜਾ ਡਾਇਰੈਕਟ ਆਨਸਰ ਹੈ ਹਿਸਟਰੀ ਦਾ ਕੁਐਸਚਨ ਹੈ, ਸਰ ਸਾਇਦ ਅਹਿਮਦ ਖਾਨ ਇਜ਼ ਦਾ ਫਾਊਂਡਰ ਆਫ ਦਾ ਸਾਇੰਟੀਫਿਕ ਸੁਸਾਇਟੀ ਆਫ ਇੰਡੀਆ, ਜਿਹੜੇ ਆਪਾਂ ਡਿਸਕਸ ਕਰ ਰਹੇ ਹਾਂ ਨਾ। ਇਹ ਕਿਹਨੇ ਬਣਾਈ ਸੀਗੀ, ਸਰ ਸਾਇਦ ਅਹਿਮਦ ਖਾਨ। ਡੀ ਇਜ਼ ਦਾ ਕਰੈਕਟ ਆਨਸਰ। ਸੋ ਦੋਸਤੋ ਇਹ ਜਿਹੜੇ ਸੀਗੇ ਆਪਣੇ ਕੋਲ ਕੁਐਸਚਨ ਸੀਗੇ ਜੋਗਰਾਫੀ ਬੇਸਡ, ਪੋਲਿਟੀ ਬੇਸਡ ਜਾਂ ਹਿਸਟਰੀ, ਜਾਂ ਥੋੜ੍ਹੇ ਜਿਹੇ ਆਪਾਂ ਬੇਸਿਕ ਕਰੰਟ ਦੇ ਕੁਐਸਚਨ ਲਏ ਜਿਹੜੇ ਤੁਹਾਨੂੰ ਬੇਸਿਕ ਨੌਲੇਜ ਹੋਣੀ ਚਾਹੀਦੀ ਹੈ। ਸੋ ਨੈਕਸਟ ਵਾਲੀ ਜਿਹੜੀਆਂ ਵੀਡੀਓਜ਼ ਆਉਣਗੀਆਂ ਉਹਦੇ ਵਿੱਚ ਵੀ ਆਪਾਂ ਸਿਰਫ MCQ ਹੀ ਡਿਸਕਸ ਕਰਾਂਗੇ, ਆਪਸ਼ਨਸ ਡਿਸਕਸ ਕਰਾਂਗੇ, ਜ਼ਿਆਦਾ ਡਿਟੇਲ ਦੇ ਵਿੱਚ ਕੰਸੈਪਚੁਅਲ ਨਹੀਂ ਕੁਝ ਕਰਾਂਗੇ, ਹੈ ਨਾ। ਕਿਉਂਕਿ ਟਾਈਮ ਬਹੁਤ ਥੋੜ੍ਹਾ ਗਿਆ, ਉਹਦੇ ਵਿੱਚ ਆਪਣੀ ਕੋਸ਼ਿਸ਼ ਰਹੇਗੀ ਕਿ ਮੈਕਸਿਮਮ ਟੂ ਮੈਕਸਿਮਮ ਤੁਹਾਡੀ ਰਿਵੀਜ਼ਨ ਹੋ ਜੇ। ਘੱਟੋ ਘੱਟ 100 to 200 ਤੁਹਾਡੇ ਜਿਹੜੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਕੁਐਸਚਨ ਆ ਉਹ ਤੁਹਾਡੇ ਆਪਾਂ ਡਿਸਕਸ ਕਰ ਲਈਏ। ਸਿਰਫ ਵੀਡੀਓਜ਼ ਨੂੰ ਵਿਊ ਕਰੋਗੇ ਤਾਂ ਤੁਹਾਨੂੰ ਆਟੋਮੈਟਿਕਲੀ ਤੁਹਾਡੇ ਕੋਲ ਕੀ ਹੋ ਜਾਏਗਾ, ਇਹ ਵਾਚ ਕਰਦੇ ਕਰਦੇ ਆਟੋਮੈਟਿਕਲੀ ਤੁਹਾਡੀ ਕੀ ਹੋ ਜਾਏਗੀ, ਰਿਵੀਜ਼ਨ ਹੋ ਜਾਏਗੀ, ਹੈ ਨਾ। ਸੋ ਅਗਰ ਵੀਡੀਓ ਪਸੰਦ ਆਈ ਹੈ ਤਾਂ ਇਹਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਔਰ ਜਿਹੜੇ ਦੋਸਤਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਪੋਜ਼ੀਟਿਵ ਵਾਈਬਸ ਪੰਜਾਬ, ਉਹ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰਨ। ਅਗਰ ਕੋਈ ਤੁਹਾਡਾ ਡਾਊਟ ਹੈ ਜਾਂ ਕੋਈ ਤੁਹਾਡੀ ਕੁਐਰੀ ਹੈ ਉਹ ਆਪਾਂ ਤੁਸੀਂ ਡਿਸਕਸ ਕਰ ਸਕਦੇ ਹੋ ਮੇਰੇ ਨਾਲ ਇਸ ਨੰਬਰ ਦੇ ਉੱਪਰ। ਔਰ ਹੁਣ ਆਪਣਾ ਜਿਹੜੀ ਪੋਲਿਟੀ ਦੀ ਸੀਰੀਜ਼ ਆ ਉਹ ਆਪਣੀ ਤੁਹਾਡੇ ਐਗਜ਼ਾਮ ਤੋਂ ਬਾਅਦ ਆਪਾਂ ਡਿਟੇਲ ਦੇ ਵਿੱਚ ਸ਼ੁਰੂ ਕਰਾਂਗੇ। ਉਸ ਤੋਂ ਪਹਿਲੇ ਆਪਣਾ ਕੀ ਆਏਗਾ, MCQ ਬੇਸਡ ਔਨ ਆਲ ਸਬਜੈਕਟਸ, ਹੈ ਨਾ। ਉਹ 'ਚ ਆਪਾਂ ਸਾਰੇ ਸਬਜੈਕਟ ਜੋ ਇੰਪੋਰਟੈਂਟ ਕੁਐਸਚਨਸ ਆ ਉਹਨਾਂ ਦੀ ਰਿਵੀਜ਼ਨ ਕਰਾਂਗੇ ਇਨ ਦਾ ਫਾਰਮ ਆਫ MCQ ਓਨਲੀ। ਥੈਂਕ ਯੂ ਵੈਰੀ ਮਚ।